ਸਾਰਿਆਂ ਨੂੰ ਜੈ ਮਸੀਹ ਦੀ। ਪਵਿੱਤਰ ਬਾਈਬਲ ਚੋਂ ਪੜਾਂਗੇ ਕਿ ਯਹੋਵਾ ਪਰਮੇਸ਼ਰ ਦੇ ਜਿਹੜੇ ਪਿਤਾ ਪਰਮੇਸ਼ਰ ਦੀ ਓਟ ਵਿੱਚ ਵਸਦੇ ਨੇ ਜਾਂ ਉਹਦਾ ਆਸਰਾ ਰੱਖਦੇ ਨੇ, ਭਰੋਸਾ ਰੱਖਦੇ ਨੇ। ਯਹੋਵਾ ਪਰਮੇਸ਼ਰ ਜੀ ਉਹਨਾਂ ਨੂੰ ਕਿਸ ਤਰ੍ਹਾਂ ਸੰਭਾਲਦੇ ਨੇ, ਲੁਕਾਉਂਦੇ ਨੇ, ਆਪਣੇ ਦੇ ਵਿੱਚ ਰੱਖਦੇ ਨੇ ਉਹਨਾਂ ਨੂੰ। 91 ਜ਼ਬੂਰ ਪਹਿਲਾ ਅਧਿਆਏ ਪਹਿਲਾ ਤੇ ਦੂਜਾ ਅਧਿਆਏ ਦੇ ਵਿੱਚ ਲਿਖਿਆ, ਜਿਹੜਾ ਆਤਮਹਾਨ ਦੀ ਓਟ ਵਿੱਚ ਵਸਦਾ ਉਹ ਸਬਰ ਸ਼ਕਤੀਮਾਨ ਦੇ ਸਾਏ ਹੇਠ ਟਿਕੇਗਾ। ਮੈਂ ਯਹੋਵਾ ਦੇ ਵਿਖੇ ਆਖਾਂਗਾ ਕਿ ਉਹੋ ਹੀ ਮੇਰੀ ਪਨਾਹ ਤੇ ਮੇਰਾ ਗੜ੍ਹ ਹੈ, ਮੇਰਾ ਪਰਮੇਸ਼ਰ ਜਿਹਦੇ ਤੇ ਮੈਂ ਭਰੋਸਾ ਰੱਖਦਾ ਹਾਂ। ਦਾਊਦ ਨਬੀ ਕਹਿੰਦਾ ਹੈ ਕਿ ਜਿਹੜਾ ਵੀ ਕੋਈ ਆਤਮਹਾਨ ਦੀ ਓਟ ਵਿੱਚ ਵਸਦਾ ਹੈ ਉਹ ਸਬਰ ਸ਼ਕਤੀਮਾਨ ਦੇ ਸਾਏ ਹੇਠ ਟਿਕੇਗਾ। ਕਿਉਂਕਿ ਦਾਊਦ ਨਬੀ ਜਿਹੜਾ ਹੈ ਉਹ ਪਰਮੇਸ਼ਰ ਦੀ ਦਾਈ ਉਹਨੂੰ ਆਸਰਾ ਸੀ, ਉਹਨੂੰ ਉਹ ਪਰਮੇਸ਼ਰ ਦੀ ਓਟ ਸੀ ਉਹਨੂੰ, ਤੇ ਉਹੋ ਹੀ ਆਪਣੀ ਉਹਨੂੰ ਪਨਾਹ ਸਮਝਦਾ ਸੀ, ਆਪਣੇ ਲੁਕਣ ਦੀ ਥਾਂ ਸਮਝਦਾ ਸੀ। ਔਰ ਕਹਿੰਦਾ ਕਿ ਉਹ ਮੇਰੀ ਪਨਾਹ ਹੈ ਤੇ ਮੇਰਾ ਗੜ੍ਹ ਆ। 2 ਅਧਿਆਏ ਵਿੱਚ ਕਹਿੰਦਾ ਉਹ ਮੇਰੀ ਪਨਾਹ ਤੇ ਮੇਰਾ ਗੜ੍ਹ ਆ। ਜਦੋਂ ਦਾਊਦ ਲੜਾਈਆਂ ਲੜਦਾ ਸੀ ਤੇ ਉਹ ਪਰਮੇਸ਼ਰ ਨੂੰ ਹੀ ਪੁਕਾਰਦਾ ਸੀ, ਉਹਦਾ ਹੀ ਆਸਰਾ ਲੈਂਦਾ ਸੀ, ਉਹਨੂੰ ਹੀ ਉਹਦੀ ਮਦਦ ਮੰਗਦਾ ਸੀ ਔਰ ਉਹਨੂੰ ਸਮਝਦਾ ਸੀ ਵੀ ਇਹ ਮੇਰੀ ਪਨਾਹ ਹੈ, ਮੇਰੇ ਲੁਕਣ ਦੀ ਥਾਂ ਹੈ ਤੇ ਮੈਂ ਸਬਰ ਸ਼ਕਤੀਮਾਨ ਦੇ, ਮੈਂ ਆਤਮਹਾਨ ਦੀ ਓਟ ਆ। ਓਟ ਮੀਨਸ ਹੁੰਦਾ ਕਿ ਪਰਮੇਸ਼ਰ ਦਾ ਹੀ ਆਸਰਾ ਲੈਣਾ, ਕਿਸੇ ਇਨਸਾਨ ਦਾ ਨਹੀਂ। ਯਹੋਵਾ ਪਰਮੇਸ਼ਰ ਦਾ ਆਸਰਾ ਰੱਖਣਾ, ਉਹਦੇ ਤੇ ਭਰੋਸਾ ਰੱਖਣਾ, ਉਹਦਾ ਹੀ ਆਸਰਾ ਲੈਣਾ ਕਿ ਮੈਂ ਸਿਰਫ ਉਹਦੀ ਓਟ ਆ, ਕਿਸੇ ਇਨਸਾਨ ਦੀ ਨਹੀਂ। ਤੇ ਫਿਰ ਯਹੋਵਾ ਪਰਮੇਸ਼ਰ ਜੀ ਉਹਨੂੰ ਆਪਣੀ ਸਬਰ ਸ਼ਕਤੀ ਦੇ ਸਾਏ ਹੇਠ ਟਿਕਾ ਲੈਂਦਾ ਹੈ। ਜਦੋਂ ਆਪਾਂ ਕੋਈ ਇਨਸਾਨ ਕਿਸੇ ਤੋਂ ਬੜੇ ਮਾਣ ਨਾਲ ਜਾਂ ਉਹਦੇ ਤੇ ਜੋ ਪਰਮੇਸ਼ਰ ਦੇ ਸਕਦਾ ਉਹ ਇਨਸਾਨ ਤੇ ਨਹੀਂ ਦੇ ਸਕਦਾ, ਮਗਰ ਫਿਰ ਵੀ ਕੋਈ ਜਦੋਂ ਕਿਸੇ ਇਨਸਾਨ ਤੇ ਕਹਿੰਦਾ ਕਿ ਮੈਂ ਬਸ ਤੇਰਾ ਹੀ ਆਸਰਾ ਲਿਓ, ਫਿਰ ਵੀ ਕੁਛ ਨਾ ਕੁਛ ਉਹਨੂੰ ਦਿੰਦਾ ਹੈ। ਪਰ ਜਦੋਂ ਅਸੀਂ ਆਤਮਹਾਨ ਸਬਰ ਸ਼ਕਤੀਮਾਨ ਦਾ ਆਸਰਾ ਲੈਂਦੇ ਆ, ਸਾਨੂੰ ਉਹਦੇ ਤੇ ਮਾਣ ਹੁੰਦਾ, ਸਾਨੂੰ ਉਹਦੇ ਤੇ ਭਰੋਸਾ ਹੁੰਦਾ, ਫਿਰ ਉਹ ਸਾਨੂੰ ਆਪਣਾ ਸਾਡੇ ਲਈ ਗੜ੍ਹ ਬਣਦਾ ਹੈ, ਸਾਨੂੰ ਆਪਣੇ ਸਬਰ ਸ਼ਕਤੀਮਾਨ ਦੇ ਸਾਏ ਹੇਠ ਟਿਕਾਉਂਦਾ ਹੈ, ਆਪਣੇ ਸਾਏ ਹੇਠ ਰੱਖਦਾ ਹੈ। ਜ਼ਬੂਰ ਦੀ 20 ਐਤ ਚ ਲਿਖਿਆ, ਤੂੰ ਉਹਨਾਂ ਨੂੰ ਆਪਣੀ ਦਰਗਾਹ ਦੀ ਓਟ ਵਿੱਚ ਮਨੁੱਖਾਂ ਦੀਆਂ ਜੁਗਤਾਂ ਤੋਂ ਛੁਪਾਵੇਂਗਾ, ਤੂੰ ਉਹਨਾਂ ਨੂੰ ਜੀਵ ਤੇ ਝਗੜੇ ਤੋਂ ਮੰਡਪ ਵਿੱਚ ਲੁਕਾ ਰੱਖੇਂਗਾ। ਦਾਊਦ ਨਬੀ ਕਹਿੰਦਾ ਕਿ ਜਿਹੜੇ ਤੇਰਾ ਹੀ ਆਸਰਾ ਲੈਂਦੇ ਨੇ, ਤੇਰੇ ਤੇ ਭਰੋਸਾ ਰੱਖਦੇ ਨੇ, ਤੂੰ ਉਹਨਾਂ ਨੂੰ ਆਪਣੀ ਦਰਗਾਹ ਦੀ ਓਟ ਵਿੱਚ ਛੁਪਾਉਣ ਵਾਲਾ ਯਹੋਵਾ ਪਰਮੇਸ਼ਰ ਹੈ। ਮਨੁੱਖਾਂ ਦੀਆਂ ਜੋ ਕੋਈ ਮਨੁੱਖ ਕਿਸੇ ਦੇ ਬਾਰੇ ਬੁਰੀਆਂ ਜੁਗਤਾਂ ਬਣਾਉਂਦੇ ਨੇ, ਸੋਚਦੇ ਨੇ, ਉਹਨਾਂ ਤੋਂ ਯਹੋਵਾ ਪਰਮੇਸ਼ਰ ਜੀ ਆਪਣੀ ਦਰਗਾਹ ਦੇ ਵਿੱਚ ਉਹਨਾਂ ਨੂੰ ਲੁਕਾ ਲੈਂਦੇ ਨੇ ਤੇ ਜੀਵ ਦੇ ਝਗੜੇ ਤੋਂ ਆਪਣੇ ਮੰਡਪ 'ਚ ਲੁਕਾ ਲੈਂਦੇ ਆ ਤੇ ਆਪਣੀ ਦਰਗਾਹ ਦੀ ਓਟ ਵਿੱਚ ਛੁਪਾਉਂਦੇ ਆ। ਯਹੋਵਾ ਪਰਮੇਸ਼ਰ ਆਪਣੇ ਬੱਚਿਆਂ ਨੂੰ ਜੋ ਵੀ ਉਹਨਾਂ ਦਾ ਆਸਰਾ ਰੱਖਦੇ ਨੇ, ਭਰੋਸਾ ਰੱਖਦੇ ਨੇ, ਉਹਦੀ ਸ਼ਰਨ ਲੈਂਦੇ ਨੇ,
31 ਜ਼ਬੂਰ ਦੀ 7 ਐਤ ਚ ਲਿਖਿਆ, ਤੂੰ ਮੇਰੇ ਲੁਕਣ ਦੀ ਥਾਂ ਹੈ, ਤੂੰ ਮੈਨੂੰ ਤੰਗੀ ਤੋਂ ਬਚਾਵੇਂਗਾ, ਤੂੰ ਮੈਨੂੰ ਛਟਕਾਰੇ ਦੇ ਲਲਕਾਰਿਆਂ ਨਾਲ ਘੇਰੇਂਗਾ। ਦਾਊਦ ਨਬੀ ਕਹਿੰਦਾ ਹੈ ਕਿ ਤੂੰ ਯਹੋਵਾ ਪਰਮੇਸ਼ਰ, ਤੂੰ ਹੀ ਮੇਰੇ ਲੁਕਣ ਦੀ ਥਾਂ ਹੈ। ਤੇ ਪਿਤਾ ਪਰਮੇਸ਼ਰ ਜੀ ਫਿਰ ਉਹਨੂੰ ਆਪਣੇ ਚ ਲੁਕਾਉਂਦੇ ਸੀ। ਸਾਰੀਆਂ ਲੜਾਈਆਂ ਚ ਦਾਊਦ ਨੂੰ ਜਿੱਤ ਪ੍ਰਾਪਤ ਹੋਈ, ਉਹਨੂੰ ਤੰਗੀਆਂ ਤੋਂ ਬਚਾਇਆ, ਉਹਨੂੰ ਛਟਕਾਰੇ ਦੇ ਲਲਕਾਰਿਆਂ ਨਾਲ ਪਰਮੇਸ਼ਰ ਨੇ ਘੇਰਿਆ। ਅੱਜ ਵੀ ਕੋਈ ਪ੍ਰਭੂ ਦੇ ਵਿੱਚ ਲੁਕੇ, ਉਹਦੇ ਚ ਉਹਦਾ ਆਸਰਾ ਲਵੇ, ਉਹਦੇ ਅੱਗੇ ਤਰਲੇ ਬੇਨਤੀਆਂ ਕਰੇ, ਜਦ ਵੀ ਕੋਈ ਵਿਪਤਾ ਚ ਦੁੱਖ ਮੁਸੀਬਤਾਂ ਚ ਹੁੰਦਾ ਤੇ ਪਿਤਾ ਪਰਮੇਸ਼ਰ ਜੀ ਉਹਨਾਂ ਨੂੰ ਆਪਣੇ ਆਪ ਚ ਲੁਕਾਉਂਦੇ ਨੇ, ਹਰ ਦੁੱਖਾਂ ਬਿਮਾਰੀਆਂ ਤੋਂ, ਦੁਸ਼ਮਣਾਂ ਤੋਂ। ਸਤਾਈ ਜ਼ਬੂਰ ਦੀ 5 ਐਤ ਚ ਲਿਖਿਆ, ਬਿਪਤਾ ਦੇ ਦਿਨ ਉਹ ਤਾਂ ਮੈਨੂੰ ਆਪਣੇ ਮੰਡਪ ਚ ਲੁਕਾਵੇਗਾ ਅਤੇ ਤੰਬੂ ਦੇ ਪਰਦੇ ਵਿੱਚ ਮੈਨੂੰ ਛਪਾਵੇਗਾ। ਉਹ ਮੈਨੂੰ ਚਟਾਨ ਉੱਤੇ ਉੱਚਾ ਕਰੇਗਾ। ਹੁਣ ਮੇਰਾ ਸਿਰ ਮੇਰੇ ਆਲੇ 6 ਐਤ ਚ ਲਿਖਿਆ, ਹੁਣ ਮੇਰਾ ਸਿਰ ਮੇਰੇ ਆਲੇ ਦੁਆਲੇ ਦੇ ਵੈਰੀਆਂ ਦੇ ਵਿੱਚ ਉੱਚਾ ਕੀਤਾ ਜਾਏਗਾ ਅਤੇ ਉਹਦੇ ਤੰਬੂ ਵਿੱਚ ਮੈਂ ਜੈ ਜੈਕਾਰ ਦੇ ਚੜਾਵੇ ਚੜਾਵਾਂਗਾ। 27 ਜ਼ਬੂਰ ਦੀ 5 ਤੇ 6 ਐਤ ਵਿੱਚ ਲਿਖਿਆ ਕਿ ਬਿਪਤਾ ਦੇ ਦਿਨ ਉਹ ਤਾਂ ਮੈਨੂੰ ਆਪਣੇ ਮੰਡਪ ਵਿੱਚ ਲੁਕਾਵੇਗਾ। ਮੰਡਪ ਮੀਨਸ ਕਿ ਜਿਸ ਤਰ੍ਹਾਂ ਚਾਰੇ ਪਾਸਿਓਂ ਪਰਮੇਸ਼ਰ ਜਿਹੜਾ ਆਪਣਾ ਇਨਸਾਨ ਨੂੰ ਬਿਪਤਾ ਦੇ ਵਿੱਚ ਘੇਰ ਕੇ ਰੱਖਦਾ ਹੈ, ਕਿ ਉਹਨੂੰ ਹੌਸਲਾ, ਤਸੱਲੀ, ਦਿਲਾਸਾ ਦਿੰਦਾ ਹੈ। ਜਦੋਂ ਕੋਈ ਦੁੱਖ ਮੁਸੀਬਤ ਆਉਂਦੀ ਹੈ ਤੇ ਫਿਰ ਉਹਦੀਆਂ ਲੋੜਾਂ ਜ਼ਰੂਰਤਾਂ ਵੀ ਪੂਰੀਆਂ ਕਰਦਾ ਹੀ ਹਵਾ ਪਰਮੇਸ਼ਰ, ਤੇ ਆਪਣੇ ਮੰਡਪ ਚ ਲਗਾ ਕੇ ਰੱਖਦਾ ਹੈ ਤੇ ਉਹਨੂੰ ਤੰਬੂ ਦੇ ਪਰਦੇ ਚ ਛਪਾਉਂਦਾ ਹੈ ਸਾਰੇ ਵੈਰੀਆਂ ਤੋਂ, ਦੁੱਖਾਂ ਮੁਸੀਬਤਾਂ ਤੋਂ। ਪਿਤਾ ਪਰਮੇਸ਼ਰ ਜੀ ਤੰਬੂ ਚ ਛਪਾਉਂਦਾ ਹੈ, ਫਿਰ ਉਹਨੂੰ ਚਟਾਨ ਤੇ ਉੱਚਾ ਕਰਦਾ ਕਿ ਉਹਨੂੰ ਡੋਲਣ ਨਹੀਂ ਦਿੰਦਾ। ਉਹਦਾ ਮਨ ਜਿਹੜਾ ਵਾ ਚਟਾਨ ਵਾਂਗਰ ਪਰਮੇਸ਼ਰ ਬਣਾ ਦਿੰਦਾ, ਉਹਨੂੰ ਡੋਲਣ ਨਹੀਂ ਦਿੰਦਾ। ਭਾਵੇਂ ਕਿ ਕੋਈ ਵੀ ਦੁੱਖ ਮੁਸੀਬਤ ਜਿਹੜੇ ਪਰਮੇਸ਼ਰ ਦੇ ਵਿੱਚ ਹੁੰਦੇ ਨੇ ਉਹਨਾਂ ਨੂੰ ਆ ਜਾਵੇ, ਮਗਰ ਉਹਨਾਂ ਨੂੰ ਪਰਮੇਸ਼ਰ ਜਿਹੜਾ ਡੋਲਣ ਨਹੀਂ ਦਿੰਦਾ। ਕਹਿੰਦਾ ਆਲੇ ਦੁਆਲੇ ਦੇ ਵੈਰੀਆਂ ਚ ਮੇਰਾ ਸਿਰ ਜਿਹੜਾ ਉੱਚਾ ਕੀਤਾ ਜਾਵੇਗਾ। ਦਾਊਦ ਕਹਿੰਦਾ ਕਿ ਮੇਰੇ ਆਲੇ ਦੁਆਲੇ ਦੇ ਸਾਰੇ ਵੈਰੀਆਂ ਚ ਮੇਰਾ ਸਿਰ ਜਿਹੜਾ ਉੱਚਾ ਕੀਤਾ ਜਾਵੇਗਾ ਤੇ ਮੈਂ ਤੰਬੂ ਦੇ ਵਿੱਚ ਜੈ ਜੈਕਾਰ ਦੇ ਚੜਾਵੇ ਚੜਾਵਾਂਗਾ। ਜਦੋਂ ਫਿਰ ਇਨਸਾਨ ਦਾਊਦ ਨਬੀ ਜਿੱਤਦਾ ਸੀ, ਲੜਾਈਆਂ ਜਿੱਤਦਾ ਸੀ, ਦੁੱਖਾਂ ਮੁਸੀਬਤਾਂ ਨੂੰ ਜਿੱਤਦਾ ਸੀ, ਫਿਰ ਉਹ ਪਰਮੇਸ਼ਰ ਦੀ ਹਵਾ ਪਰਮੇਸ਼ਰ ਦੀ ਅਸਤੁਤ ਕਰਦਾ ਸੀ, ਉਹਨੂੰ ਜੈ ਜੈਕਾਰ ਦੇ ਚੜਾਵੇ ਚੜਾਉਂਦਾ ਸੀ। ਕੂਚ 14 ਅਧਿਆਇ ਦੀ 19-20 ਐਤ ਚ ਲਿਖਿਆ, ਅਰ ਪਰਮੇਸ਼ਰ ਦਾ ਦੂਤ ਜਿਹੜਾ ਇਸਰਾਇਲ ਦੇ ਡੇਰੇ ਦੇ ਅੱਗੇ ਤੁਰਿਆ ਜਾਂਦਾ ਸੀ, ਮੁੜਿਆ ਅਤੇ ਉਹਨਾਂ ਦੇ ਪਿੱਛੇ ਚਲਿਆ ਗਿਆ। ਔਰ ਬੱਦਲ ਦਾ ਥੰਮ ਉਹਨਾਂ ਦੇ ਅੱਗੇ ਮੁੜ ਕੇ ਪਿੱਛੇ ਜਾ ਆ ਖਲੋਤਾ। ਉਹ ਮਿਸਰੀਆਂ ਦੇ ਡੇਰੇ ਔਰ ਇਸਰਾਇਲੀਆਂ ਦੇ ਡੇਰੇ ਦੇ ਵਿੱਚ ਆ ਗਿਆ ਅਤੇ ਬੱਦਲ ਔਰ ਹਨੇਰਾ ਤਾਂ ਸੀ, ਪਰ ਉਸਨੇ ਰਾਤ ਨੂੰ ਚਾਨਣ ਕਰ ਦਿੱਤਾ ਅਤੇ ਉਹ ਸਾਰੀ ਰਾਤ ਇੱਕ ਦੂਜੇ ਦੇ ਨੇੜੇ ਨਾ ਆਏ। ਜਦੋਂ ਮੂਸਾ ਇਸਰਾਇਲੀਆਂ ਨੂੰ ਮਿਸਰ ਚੋਂ ਕੱਢ ਕੇ ਲਿਆਇਆ ਤੇ ਮਿਸਰੀਆਂ ਨੇ ਇਸਰਾਇਲੀਆਂ ਦਾ ਪਿੱਛਾ ਕੀਤਾ ਤੇ ਉਹਨਾਂ ਦੇ ਪਿੱਛੇ ਪਏ ਸੀ। ਔਰ ਪਿਤਾ ਪਰਮੇਸ਼ਰ ਜਦੋਂ ਅੱਗੇ ਸਮੁੰਦਰ ਆ ਗਿਆ ਔਰ ਪਿੱਛੇ ਮਿਸਰੀ ਸੀ ਤੇ ਇਸਰਾਇਲੀ ਬਹੁਤ ਘਬਰਾ ਗਏ, ਬਹੁਤ ਡਰ ਗਏ। ਔਰ
ਜਿਹੜਾ 40 ਸਾਲ ਜਦੋਂ ਇਸਰਾਇਲੀ ਚੱਲਦੇ ਸੀ ਤੇ ਪਿਤਾ ਪਰਮੇਸ਼ਰ ਦਾ ਬੱਦਲ ਦਾ ਥੰਮਾ ਜਿਹੜਾ ਏ, ਅੱਗ ਦਾ ਥੰਮਾ ਜਿਹੜਾ ਏ, ਉਹਨਾਂ ਦੇ ਅੱਗੇ ਅੱਗੇ ਚੱਲਦਾ ਸੀ। ਜਦੋਂ ਯਹੋਵਾ ਪਰਮੇਸ਼ਰ ਨੇ ਵੇਖਿਆ ਕਿ ਮਿਸਰੀ ਜਿਹੜੇ ਨੇ ਇਸਰਾਇਲੀਆਂ ਦੇ ਲਾਗੇ ਆ ਗਏ ਨੇ, ਤੇ ਉਹ ਜਿਹੜਾ ਬੱਦਲ ਦਾ ਥੰਮਾ ਸੀ ਉਹ ਪਿੱਛੇ ਜਾ ਖਲੋਤਾ, ਔਰ ਸਾਰੀ ਰਾਤ ਯਹੋਵਾ ਪਰਮੇਸ਼ਰ ਨੇ ਉਸ ਥੰਮੇ ਨੇ ਚਾਨਣ ਕੀਤਾ ਔਰ ਮਿਸਰੀਆਂ ਨੂੰ ਇਸਰਾਇਲੀਆਂ ਦੇ ਲਾਗੇ ਨਹੀਂ ਆਉਣ ਦਿੱਤਾ। ਔਰ ਯਹੋਵਾ ਪਰਮੇਸ਼ਰ ਨੇ ਇਸਰਾਇਲੀਆਂ ਨੂੰ ਮਿਸਰੀਆਂ ਤੋਂ ਲੁਕਾ ਕੇ ਰੱਖਿਆ, ਬਚਾ ਕੇ ਰੱਖਿਆ। ਇਸ ਤਰ੍ਹਾਂ ਜਿਹੜੇ ਪਿਤਾ ਪਰਮੇਸ਼ਰ ਜੀ ਆਪਣੇ ਇਸਰਾਇਲੀਆਂ ਦੀ, ਆਪਣੇ ਬੱਚਿਆਂ ਦੀ ਜਿਹੜੀ ਦੁਸ਼ਮਣਾਂ ਤੋਂ ਉਹਨਾਂ ਨੂੰ ਬਚਾਉਂਦੇ ਨੇ, ਵੈਰੀਆਂ ਤੋਂ, ਸਤਾਉਣ ਵਾਲਿਆਂ ਤੋਂ। और बेनती करांगे कि पिता परमेश्वर जी मेरे प्रभुओं के प्रभु, ये पवित्र वचन जिन्ना भी इस पवित्र बाइबल दे विचों पढ़िया गया मेरे खुदावंदा, मेरे प्रभुओं के प्रभु, जिस तरह इस्राएलियां दे या दाऊद दे पिछे दुश्मन लगे हुए सी, इस्राएलियां दे पिछे मिस्री लगे हुए सी पिता परमेश्वर, अज भी इसे तरह ही मेरे प्रभुओं के प्रभु तेरे मसीह लोगों के पिछे पे ने मिस्री लोग मेरे खुदावंदा, जो तेरे पवित्र वचन दे विच रुकावटां या विरोधी ने मेरे प्रभुओं के प्रभु, मेरे पिता परमेश्वर, मेरे प्रभुओं के प्रभु, मैं सारे तेरे प्रचारकां लई बेनती करदी मेरे पिता परमेश्वर जी, मेरे प्रभुओं के प्रभु, जो भी कोई शख्स तेरी सेवा करदा है मेरे खुदावंदा, ਉਹਨਾਂ ਨੂੰ ਆਪਣੇ ਚ ਲੁਕਾ ਕੇ ਰੱਖ ਮੇਰੇ ਪ੍ਰਭੂ, ਉਹਨਾਂ ਨੂੰ ਆਪਣੇ ਤੰਬੂ ਦੇ ਪਰਦੇ ਚ ਛਪਾ ਪ੍ਰਭੂ, ਉਹਨਾਂ ਨੂੰ ਆਪਣੀ ਓਟ ਚ ਰੱਖ, ਉਹਨਾਂ ਲਈ ਚਟਾਨ ਬਣ ਮੇਰੇ ਪਿਤਾ ਪਰਮੇਸ਼ਰ, ਉਹਨਾਂ ਨੂੰ ਨਾ ਡਰਨ ਦੇ, ਉਹਨਾਂ ਨੂੰ ਨਾ ਘਬਰਾਉਣ ਦੇ ਮੇਰੇ ਪਿਤਾ ਪਰਮੇਸ਼ਰ, ਉਹਨਾਂ ਨੂੰ ਛਟਕਾਰੇ ਦੇ ਲਲਕਾਰਿਆਂ ਨਾਲ ਘੇਰ ਮੇਰੇ ਖੁਦਾਵੰਦਾ, ਤੇ ਆਪਣੇ ਨਾਂ ਨੂੰ ਸਾਰੀ ਸ੍ਰਿਸ਼ਟੀ ਤੇ ਉੱਚਾ ਕਰ ਮੇਰੇ ਪ੍ਰਭੂ। हर घुटना तेरे अगे झुक जावे, हर जबान तेरा ही इकरार करे पिता परमेश्वर, मेरे प्रभुओं के प्रभु, तेरा आना नजदीक ही जिंदा यीशु, अपने नां नूं वडियाई दे, अपने प्रचारकां नूं अत दलेरी वाला, शक्ति वाला, शांति वाला, नरमाई वाला आत्मा दे मेरे प्रभुओं के प्रभु। ते दाऊद दी न्याई तुसी उन्हां दीयां लड़ाइयां लड़ मेरे खुदावंदा, ते अपने नां नूं वडियाई दे मेरे पिता परमेश्वर। पवित्र आत्मा, पवित्र यीशु जी मेरे प्रभुओं के प्रभु, तुसी मेरियां बेनतियां नूं सुनिया, कबूल कीता। मैं जो कुछ तुहाडे कोलों निचा करके प्रार्थना च मंगिया सोई ही पा लिया। प्रार्थना मंगदी यीशु मसीह जी दे सामर्थ्य नाम च, आमीन।